सत श्री अकाल जी। पंजाबी खबरों के इस बुलेटिन में तुहाडा सबका बहुत-बहुत स्वागत है। मैं नवदीप तालीवाल। सब तो पहला नजर मारते हैं अहम सरगर्मियां ते। पंजाब दे विच रेल गड्डियां दी बहाली विच लग सकती है देरी। किसान मजदूर संघर्ष कमेटी ने लिया फटा फैसला, नहीं दिता जाएगा यात्री ट्रेनां नूं राह। पंदेर ने कैप्टन ते लगाया केंद्र नाल मिले होण दा इल्जाम। किसान संघर्ष ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਮਾਨ ਨੇ ਕਿਹਾ ਕਿ 26 ਤੇ 27 ਨਵੰਬਰ ਨੂੰ ਪੰਜਾਬ ਦੇ ਕਿਸਾਨ ਦਿੱਲੀ ਜਾ ਸਕਦੇ ਨੇ। ਦਿੱਲੀ ਦੇ ਵਿੱਚ ਨਹੀਂ ਕੀਤੀ ਗਈ ਕੋਈ ਤਾਲਾਬੰਦੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡਲ ਮਾਰਚ ਕੱਢ ਕੇ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਤੇ ਨਾਲ ਹੀ ਚੰਦੂ ਮਾਸ਼ਰਾ ਨੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੇ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ। पंजाब सरकार दे सरकारी हस्पतालों नूं वधिया सुविधावां देण दे दाअविਆਂ ਦੀ निकली हवा। ਧੂਰੀ ਦੇ सरकारी हस्पताल दे विच शाम 8 वजे तो सवेरे 6 वजे तक बंद रहंदियां ने एमरजेंसी सेवावां। स्थानक लोकां ने कीता धरना प्रदर्शन। ਹੁਣ ਖਬਰਾਂ ਵਿਸਤਾਰ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਕਰੋਨਾ ਵਾਇਰਸ ਫਿਰ ਤੋਂ ਆਪਣੇ ਪੈਰ ਪਸਾਰਦੇ ਹੋਏ ਜਾ ਰਿਹਾ ਹੈ। ਸੋ ਸਾਰੇ ਜਾਣੇ ਆਪਣੇ ਪੱਧਰ ਤੇ ਮਾਸਕ ਪਹਿਨਦੇ ਰਹੋ, ਵਾਰ-ਵਾਰ ਹੱਥ ਸੈਨੀਟਾਈਜ਼ ਕਰਦੇ ਰਹੋ, ਆਪਣਾ ਬਚਾਅ ਰੱਖੋ, ਆਪਣੇ ਪਰਿਵਾਰ ਦਾ ਬਚਾਅ ਰੱਖੋ ਤਾਂ ਕਿ ਸਾਡੇ ਸਮਾਜ ਦਾ ਬਚਾਅ ਵੀ ਹੋ ਸਕੇ। ਸੋ ਅਗਲੀ ਖਬਰ ਵੱਲ ਅਸੀਂ ਵਧਾਂਗੇ ਜੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਵਾਰ ਫਿਰ ਸਾਰਿਆਂ ਤੋਂ ਅੱਡ ਹੋ ਕੇ ਚੱਲ ਰਹੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਹੈ ਕਿ ਉਹ ਯਾਤਰੀ ਗੱਡੀਆਂ ਨੂੰ ਰਾਹ ਨਹੀਂ ਦੇਣਗੇ, ਸਿਰਫ ਤੇ ਸਿਰਫ ਮਾਲ ਗੱਡੀਆਂ ਨੂੰ ਹੀ ਚੱਲਣ ਦੇਣਗੇ। ਉਹਨਾਂ ਨੇ ਕੈਪਟਨ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਦਾ ਸਾਥ ਦੇ ਰਹੇ ਨੇ। ਇਸ ਕਾਰਨ ਸਰਵਣ ਸਿੰਘ ਵੱਲੋਂ ਐਲਾਨ ਟ੍ਰੇਨਾਂ ਸ਼ੁਰੂ ਹੋਣ ਦੇ ਵਿੱਚ ਨਵਾਂ ਅੜਿੱਕਾ ਬਣ ਸਕਦਾ ਹੈ। ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕੀਤੀ ਸੀ, ਜਿਸ ਮੀਟਿੰਗ ਦੇ ਵਿੱਚ ਕਿਸਾਨ ਸੂਬੇ 'ਚ ਰੇਲ ਗੱਡੀਆਂ ਚਲਾਉਣ ਨੂੰ ਲੈ ਕੇ ਮੰਨ ਗਏ ਨੇ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਗੱਡੀ ਨੂੰ ਨਹੀਂ ਰੋਕਣਗੇ, ਭਾਵ ਕਿਸਾਨ ਟ੍ਰੇਨਾਂ ਚਲਾਉਣ ਦੇ ਲਈ ਰਾਜੀ ਹੋ ਗਏ, ਚਾਹੇ ਉਹ ਮਾਲ ਗੱਡੀਆਂ ਹੋਣ ਜਾਂ ਫਿਰ ਪੈਸੇਂਜਰ ਟ੍ਰੇਨਾਂ। ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੱਡਾ ਮੋੜ ਆ ਗਿਆ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਉਹ ਆਪਣੇ ਫੈਸਲੇ ਤੇ ਬਰਕਰਾਰ ਰਹਿਣਗੇ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਕਿਸੇ ਵੀ ਪੈਸੇਂਜਰ ਟ੍ਰੇਨ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਤੇ ਮਾਲ ਗੱਡੀਆਂ ਨੂੰ ਉਹਨਾਂ ਦੀ ਯੂਨੀਅਨ ਵੱਲੋਂ ਛੂਟ ਦਿੱਤੀ ਜਾਵੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਫੈਸਲਾ ਵਾ ਪਹਿਲੋਂ ਕੀਤਾ ਸੀਗਾ 21 ਅਕਤੂਬਰ ਤੋਂ ਹੀ, ਉਦੋਂ 22 ਅਕਤੂਬਰ ਤੋਂ ਬਸਤੀ ਟੈਂਕ ਵਾਲਾ ਰੇਲ ਟਰੈਕ ਵਿਹਲਾ ਕਰ ਦਿੱਤਾ ਸੀਗਾ। ਮਾਲ ਗੱਡੀਆਂ ਬਾਅਦ 'ਚ ਸਟੇਸ਼ਨ ਤੇ ਥੋੜ੍ਹੀ ਖੁੱਲ੍ਹੀ ਗਰਾਊਂਡਾਂ 'ਤੇ ਬੈਠੇ ਆ। ਸੋ ਮਾਲ ਗੱਡੀਆਂ ਵਾਸਤੇ ਰੇਲ ਟਰੈਕ ਖੁੱਲ੍ਹੇ ਹੀ ਨੇ ਤੇ ਉਹਦੇ ਨਾਲ ਖੁੱਲ੍ਹੀਆਂ ਗਰਾਊਂਡਾਂ 'ਚ ਜਿਹੜਾ ਵਾ ਉਹ ਚੱਲ ਰਿਹਾ ਵਾ ਧਰਨਾ ਮੁਜ਼ਾਹਰਾ ਤੇ ਮਾਲ ਗੱਡੀਆਂ ਚੱਲਣ ਦਾ ਫੈਸਲਾ ਹੀ ਸਾਡਾ ਬਰਕਰਾਰ ਆ। ਸੋ ਇਹ ਤੋਂ ਗਾਹਾਂ 30 ਜਥੇਬੰਦੀਆਂ ਨੇ ਜਿਹੜਾ ਫੈਸਲਾ ਕੀਤਾ ਵਾ ਉਹ ਆਪਣਾ ਫੈਸਲਾ ਕਰਨ ਨੂੰ ਆਜ਼ਾਦ ਨੇ, ਉਹ ਫੈਸਲਾ ਕਰ ਸਕਦੀਆਂ ਨੇ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਵਾ ਵੀ ਅਸੀਂ ਅਜੇ ਤੱਕ ਕੇਵਲ ਮਾਲ ਗੱਡੀਆਂ ਹੀ ਚੱਲਣ ਦਿੱਤੀਆਂ ਜਾਣੀਆਂ ਤੇ ਉਹ 'ਤੇ ਅਸੀਂ ਕਾਇਮ ਆ। ਗਾਂਹ ਕੋ ਨਵੀਂ ਮੀਟਿੰਗ ਹੋਊਗੀ ਉਹਦੇ ਵਿੱਚ ਜਿਹੜਾ ਵਾ ਉਹ ਵਿਚਾਰਿਆ ਜਾਊਗਾ, ਕਿਉਂਕਿ ਹਜੇ ਦਿੱਲੀ ਦੀਆਂ ਤਿਆਰੀਆਂ ਵਾ ਉਹਦੇ 'ਚ ਅਸੀਂ ਰੁੱਝੇ ਹੋਏ ਹਾਂ। ਸੋ ਕੇਂਦਰ ਸਰਕਾਰ ਦੀ ਨੀਤ ਬਦਨੀਤ ਆ, ਉਹ ਲਗਾਤਾਰ ਬੋਲ ਰਹੀ ਵੀ ਸਾਡੇ ਕਾਨੂੰਨ ਠੀਕ ਆ। ਡਿਬੇਟਾਂ ਵਿੱਚ ਉਹਨਾਂ ਦੇ ਬੁਲਾਰੇ ਬੋਲ ਰਹੇ ਵੀ ਸਾਡੇ ਕਾਨੂੰਨ ਠੀਕ ਆ। ਗੱਲਬਾਤ ਨਾਲ ਕੋਈ ਮਾਹੌਲ ਹੈ ਹੀ ਨਹੀਂਗਾ ਤੇ ਨਾ ਗੱਲਬਾਤ 'ਚੋਂ ਕੋਈ ਹਾਲ ਦੀ ਘੜੀ ਨਿਕਲਣ ਵਾਲਾ ਵਾ। ਅਸੀਂ ਇਹ ਨਹੀਂ ਚਾਹੁੰਦੇ ਗੱਲਬਾਤ ਨਾ ਹੋਵੇ। ਸੋ ਅਸੀਂ ਚਾਹੁੰਦੇ ਵੀ ਯਾਰ ਕਿ ਕੇਂਦਰ ਸਰਕਾਰ ਕਿਸਾਨਾਂ 'ਚ ਫੁੱਟ ਪਾਉਣ 'ਚ ਕਾਮਯਾਬ ਨਾ ਹੋਊਗੀ। ਉਹ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦੂਗੀ ਤੇ ਪ੍ਰਧਾਨ ਮੰਤਰੀ ਜੀ ਖੁਦ ਮੀਟਿੰਗ ਲੈਣਗੇ ਜੇ ਇਸ ਫੈਸਲੇ 'ਚੋਂ ਕੁਝ ਕੱਢਣਾ। ਤੁਹਾਨੂੰ ਦੱਸ ਦਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਹਿਲੀ ਵਾਰ ਨਹੀਂ ਕੀਤਾ ਗਿਆ। ਉਹਨਾਂ ਵੱਲੋਂ ਬਾਕੀ ਕਿਸਾਨ ਜਥੇਬੰਦੀਆਂ ਦੇ ਫੈਸਲੇ ਨੂੰ ਨਕਾਰਿਆ ਗਿਆ ਹੋਵੇ, ਕਿਉਂਕਿ ਸਰਵਣ ਸਿੰਘ ਪੰਦੇਰ ਵੱਲੋਂ ਪਹਿਲਾਂ ਤਾਂ ਮੁੱਖ ਮੰਤਰੀ ਵੱਲੋਂ ਸੱਦੀ ਮੀਟਿੰਗ ਦੇ ਵਿੱਚ ਆਉਣ ਤੋਂ ਵੀ ਕੋਰਾ ਜਵਾਬ ਦੇ ਦਿੱਤਾ ਗਿਆ ਸੀ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।
ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਮਤਰੇ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਨ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਤੇ ਮਾਨ ਨੇ ਵੀ ਕਿਹਾ ਕਿ 26 ਤੇ 27 ਨਵੰਬਰ ਨੂੰ ਪੰਜਾਬ ਦੇ ਕਿਸਾਨ ਦਿੱਲੀ ਜਾ ਸਕਦੇ ਨੇ ਤੇ ਦਿੱਲੀ ਦੇ ਵਿੱਚ ਕੋਈ ਤਾਲਾਬੰਦੀ ਨਹੀਂ ਕੀਤੀ ਗਈ ਹੈ। ਕਿਸੇ ਨੂੰ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਣ ਦਾ ਪੂਰਾ ਹੱਕ ਹੈ। ਕਿਸਾਨਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਟਿੰਗ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਸਭ ਕੁਝ ਮੁੱਖ ਮੰਤਰੀ ਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ। ਉਹਨਾਂ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਕੈਪਟਨ ਸਾਹਿਬ ਜੋ ਹੁਣ ਕੰਮ ਕਰ ਰਹੇ ਨੇ ਬਹੁਤ ਚਿਰ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਨੂੰ, ਕਿ ਉਹਨਾਂ ਨੂੰ ਮੀਟਿੰਗ ਕਰਕੇ ਉਹ ਆਪ ਲੀਡ ਲੈ ਕੇ ਗੱਲ ਕਰਦੇ ਪ੍ਰਧਾਨ ਮੰਤਰੀ ਨਾਲ, ਜਦ ਕਿ ਉਹ ਕਿਸਾਨਾਂ ਨੂੰ ਜਿਹੜੀਆਂ ਬੇਨਤੀਆਂ ਕਰਦੇ ਰਹੇ, ਆਹ ਨਾ ਕਰੋ ਐਂ ਕਰ ਦਿਓ, ਆਹ ਨਾ ਕਰੋ ਐਂ ਕਰ ਦਿਓ। ਸੋ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਉਹ ਕਿਸਾਨਾਂ ਦੇ ਨਾਲ ਦਿੱਲੀ ਵਿਖੇ 26 ਤੇ 27 ਨਵੰਬਰ ਨੂੰ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦੇਣਗੇ। ਜਿਹੜੀ ਕਮੇਟੀ ਬਣੀ ਹੈ ਉਹਨੇ ਫੈਸਲਾ ਕੀਤਾ ਕਿ ਅਸੀਂ ਦਿੱਲੀ ਦੇ ਵਿੱਚ ਜਿਹੜਾ ਉੱਥੇ ਕਰਨਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਇਹਨਾਂ ਬਿੱਲਾਂ ਵਿਰੁੱਧ। ਤੇ ਸਾਡਾ ਕਿਸਾਨ ਵਿੰਗ ਦੀ ਅੱਜ ਮੀਟਿੰਗ ਸੀ ਤੇ ਅਸੀਂ ਕਿਸਾਨ ਵਿੰਗ ਨੇ ਸਾਡੇ ਪ੍ਰਧਾਨ ਨੇ MLA ਸੰਧਵਾ ਸਾਹਿਬ ਤੇ ਉਹਨਾਂ ਨੇ ਅਸੀਂ ਫੈਸਲਾ ਕੀਤਾ ਕਿ ਅਸੀਂ ਉਹਨਾਂ ਨੂੰ ਸਮਰਥਨ ਦੇਵਾਂਗੇ। ਪਹਿਲਾਂ ਵੀ ਫੈਸਲਾ ਕੀਤਾ ਸੀ ਤੇ ਦਿੱਲੀ ਦੇ ਵਿੱਚ ਬਲਕਿ ਉਹਨਾਂ ਨੂੰ ਕੋਈ ਜਿਹੜੇ ਕਿਸਾਨ ਉੱਥੇ ਪਹੁੰਚਣਗੇ ਕੋਈ ਕਿਸੇ ਕਿਸਮ ਦਾ ਵੀ ਉਹਨਾਂ ਨੂੰ ਕੋਈ ਤਕਲੀਫ ਆਵੇ, ਅਸੀਂ ਦਿੱਲੀ ਸਰਕਾਰ 'ਚ ਹੈਗੇ ਹਾਂ ਤੇ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ, ਸਮਰਥਨ ਕਰਾਂਗੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ MSP ਨੂੰ ਯਕੀਨੀ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ। ਸੈਂਟਰ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਬਹੁਤ ਚਿਰ ਹੋ ਗਿਆ, ਹੁਣ ਕਿਰਪਾ ਕਰਕੇ ਉਹਨਾਂ ਦੀਆਂ ਜਿਹੜੀਆਂ ਦਿਲ ਦੀਆਂ ਜਿਹੜੀਆਂ ਸ਼ੰਕਾਵਾਂ ਨੇ ਕਿ MSP ਦੀ ਗਰੰਟੀ, ਇਹ ਤਾਂ ਅਸੀਂ ਕੈਪਟਨ ਸਾਹਿਬ ਤੋਂ ਵੀ ਕਹਿੰਦੇ ਗਰੰਟੀ ਕੈਪਟਨ ਸਾਹਿਬ ਨੂੰ ਲੈ ਲੈਣੀ ਚਾਹੀਦੀ ਹੈ ਕਿ ਹਾਂ MSP ਦੀ 22-23 ਦੀ ਫਸਲਾਂ ਦੀ ਗਰੰਟੀ ਮੈਂ ਲਊਂਗਾ। ਤੇ ਇਹ ਜਾ ਕੇ ਉੱਥੇ ਆਪ ਧਰਨੇ ਦੇਈ ਜਾਂਦੇ। ਸੋ ਕਿਤੇ ਨਾ ਕਿਤੇ ਇਹ ਕਿਸਾਨਾਂ ਦੇ ਸੰਘਰਸ਼ ਨੂੰ ਡੀਰੇਲ ਕਰਨ ਦੀ ਜਾਂ ਆਪਣੇ ਆਪ ਨੂੰ ਕਿਸਾਨਾਂ ਦੇ ਮੋਢੇ ਤੇ ਧਰ ਕੇ ਆਪਣੇ ਜਿਹੜੇ ਪੁਰਾਣੇ ਵਾਅਦੇ ਕੀਤੇ ਘਰ ਨੌਕਰੀਆਂ ਦੇ, ਕਰਜ਼ਾ ਮਾਫੀਆਂ ਦੇ, 5-5 ਮਰਲਿਆਂ ਦੇ ਪਲਾਟਾਂ ਦੇ, 2500 ਰੁਪਏ ਬੁਢਾਪਾ ਪੈਨਸ਼ਨ ਦੇ, ਉਹਨਾਂ ਵਾਅਦਿਆਂ ਤੋਂ ਕਿਤੇ ਨਾ ਕਿਤੇ ਲੁਕਦੇ ਨਜ਼ਰ ਆ ਰਹੇ ਨੇ ਕਿਸਾਨ ਸੰਘਰਸ਼ ਦੇ ਮੋਢੇ ਤੇ ਧਰ ਕੇ ਜਿਹੜੀ ਕੈਪਟਨ ਸਰਕਾਰ ਹੈ। ਸੋ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਟਕਰਾਓ ਦੀ ਸਥਿਤੀ 'ਚ ਨਾ ਆਓ ਕਿ ਆਹ ਕਰ ਦਿਆਂਗੇ ਅਸੀਂ, ਤੁਹਾਡਾ ਕੋਲਾ ਰੋਕ ਦਿਆਂਗੇ ਅਸੀਂ, ਆਹ ਕਰ ਦਾਂਗੇ, ਸ਼ਰਤਾਂ ਰੱਖਣ ਲੱਗੇ। ਵਿਰੋਧੀ ਕੰਟਰੀ ਦੇ ਉੱਤੇ ਪਾਬੰਦੀਆਂ ਲਾਉਂਦੇ ਹੁੰਦੇ। ਅਮਰੀਕਾ ਨੇ ਈਰਾਨ 'ਤੇ ਲਾਤੀਆਂ ਆਰਥਿਕ ਪਾਬੰਦੀਆਂ, UNO ਨੇ ਨਾਰਥ ਕੋਰੀਆ 'ਤੇ ਆਰਥਿਕ ਪਾਬੰਦੀਆਂ ਲਾਤੀਆਂ, ਪਰ ਇਹ ਪਹਿਲੀ ਵਾਰ ਦੇਖਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਪਦੇ ਸੂਬੇ 'ਤੇ ਪਾਬੰਦੀਆਂ ਲਾ ਰਿਹਾ, ਧਮਕੀਆਂ ਦੇ ਰਿਹਾ, ਤੁਹਾਡੀਆਂ ਗੱਡੀਆਂ ਨਹੀਂ ਚਲਾਵਾਂਗੇ, ਕੋਲਾ ਤੁਸੀਂ ਹਨੇਰੇ 'ਚ ਰੱਖਾਂਗੇ, ਤੁਹਾਨੂੰ ਖਾ ਲਿਓ, ਫਿਰ ਕੀ ਕਰ ਲਿਓ, ਕੀ ਕਰਨਾ। ਇਸ ਤਰ੍ਹਾਂ ਹੀ ਟਕਰਾਓ ਦੀ ਸਥਿਤੀ 'ਚ ਨਹੀਂ ਜਾਣਾ ਚਾਹੀਦਾ। ਪੰਜਾਬ ਜਿਹੜਾ ਉਹ ਭਾਵੇਂ ਦੇਸ਼ ਦੀ ਆਜ਼ਾਦੀ ਨੂੰ ਸੰਘਰਸ਼ ਦੇ ਵਿੱਚ ਹੋਵੇ, ਭਾਵੇਂ ਹਰੀ ਕ੍ਰਾਂਤੀ ਹੋਵੇ, ਪੰਜਾਬ ਜਿਹੜਾ ਭਾਵੇਂ ਸੈਂਟਰਲ ਪੂਲ ਦੇ ਵਿੱਚ ਅੱਜ ਵੀ 40% ਤੋਂ ਵੱਧ ਪੰਜਾਬ ਦਾ ਹਿੱਸਾ ਹੈ। ਸੋ ਪੰਜਾਬ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ। ਪੰਜਾਬੀਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਨੂੰ ਹਾਸ਼ੀਏ 'ਤੇ ਰੱਖਿਆ ਜਾ ਰਿਹਾ ਜਾਂ ਸਾਨੂੰ ਸਾਡੇ ਨਾਲ ਕੋਈ ਮਤਰਿਆ ਜਿਹੜਾ ਵਿਹਾਰ ਹੋ ਰਿਹਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ EVM ਨੂੰ ਲੈ ਕੇ ਵੀ ਖਰੀਆਂ ਸੁਣਾਈਆਂ ਨੇ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ। ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਯੂਨੀਅਨਾਂ ਵੱਲੋਂ ਪੂਰਨ ਰੂਪ ਦੇ ਵਿੱਚ ਰੇਲ ਨਾਕੇਬੰਦੀ ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਸੰਬੰਧੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਵੀ ਜਾਰੀ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਰੇਲ ਗੱਡੀਆਂ ਦੀ ਨਾਕਾਬੰਦੀ ਖਤਮ ਕਰਨ ਦੇ ਕੀਤੇ ਗਏ ਐਲਾਨ ਦਾ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ। ਇਸ ਸੰਬੰਧ ਦੇ ਵਿੱਚ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਵੱਖ-ਵੱਖ ਵਰਗਾਂ ਦੀ ਰੋਜੀ ਰੋਟੀ ਦਾ ਧਿਆਨ ਰੱਖਦਿਆਂ ਸ਼ਲਾਘਾਯੋਗ ਕਦਮ ਚੁੱਕਿਆ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਦੇ ਲੋਕ ਕਿਸਾਨਾਂ ਦੇ ਨਾਲ ਖੜੇ ਨੇ। ਉਹਨਾਂ ਨੇ ਵੀ ਕਿਹਾ ਕਿਸਾਨਾਂ ਨੇ ਇਸ ਗੰਭੀਰ ਮੁੱਦੇ ਤੇ ਕਰੀਬ 2 ਮਹੀਨੇ ਦਿੱਤੇ ਗਏ ਨੇ ਤੇ ਧਰਨਿਆਂ ਦੇ ਦੌਰਾਨ ਵੀ ਸ਼ਾਂਤੀ ਬਣਾਈ ਰੱਖ ਕੇ ਗਾਂਧੀਵਾਦੀ ਸਿਧਾਂਤਾਂ ਨੂੰ ਹੋਰ ਵੀ ਪਰਪੱਕ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਤਾਨਾਸ਼ਾਹੀ ਰਵੱਈਆ ਬਰਕਰਾਰ ਰੱਖਿਆ, ਪਰ ਇਸ ਦੇ ਬਾਵਜੂਦ ਜਿਸ ਢੰਗ ਦੇ ਨਾਲ ਕਿਸਾਨਾਂ ਨੇ ਸੰਜਮ ਤੇ ਸ਼ਾਂਤੀ ਬਣਾ ਕੇ ਰੱਖੀ ਹੈ ਉਹ ਕਾਬਿਲੇ ਤਾਰੀਫ ਹੈ। ਬਾਜਵਾ ਨੇ ਕਿਸਾਨ ਜਥੇਬੰਦੀਆਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਬਿਨਾਂ ਦੇਰੀ ਸਿੱਧਾ ਦਖਲ ਦੇਣ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਦੇ ਨਾਲ ਵਿਸ਼ਵਾਸ ਕਾਇਮ ਕਰਨ ਲਈ ਪਹਿਲਾਂ ਹੀ ਪ੍ਰਭਾਵੀ ਕਦਮ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਕੀਤੀ ਇਸ ਕਾਰਵਾਈ ਦੇ ਬਾਵਜੂਦ ਜੇਕਰ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਕੇਂਦਰ ਇਨ੍ਹਾਂ ਮਾੜੇ ਨਤੀਜਿਆਂ ਦਾ ਕਾਰਨ ਬਣੇਗੀ। ਇਸ ਲਈ ਕੇਂਦਰ ਨੂੰ ਯੂਨੀਅਨਸ ਦੇ ਨਾਲ
ਟੁੱਟੇ ਵਿਸ਼ਵਾਸ ਨੂੰ ਵਧਾਉਣ ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਦੇ ਨਾਲ ਹੀ ਉਹਨਾਂ ਨੇ ਰੇਲਵੇ ਮੰਤਰਾਲੇ ਨੂੰ ਵੀ ਅਪੀਲ ਕੀਤੀ ਹੈ ਕਿ ਯਾਤਰੀ ਤੇ ਰੇਲ ਗੱਡੀਆਂ ਦੀ ਆਵਾਜਾਈ ਜਲਦੀ ਤੋਂ ਸ਼ੁਰੂ ਕੀਤੀ ਜਾਵੇ। ਬਿਊਰੋ ਰਿਪੋਰਟ। ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਰੇਲ ਸੇਵਾ ਬਹਾਲ ਕਰਨ ਨੂੰ ਰਾਜੀ ਹੋ ਗਏ ਨੇ। ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਸਾਨਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੋ ਰਹੇ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਗੱਲਬਾਤ ਜਿਹੜੀ ਕੀਤੀ ਉਹ ਕਾਮਯਾਬ ਰਹੀ। ਸੋ ਕਿਸਾਨ ਰੇਲ ਸੇਵਾ ਬਹਾਲ ਕਰਨ ਨੂੰ ਰਾਜੀ ਹੋ ਗਏ। ਹੁਣ ਤੱਕ ਕਿਸਾਨਾਂ ਦੇ ਰੁਖ ਕਾਰਨ ਸੂਬੇ ਦੇ ਵਿੱਚ ਰੇਲ ਸੇਵਾ ਸ਼ੁਰੂ ਨਹੀਂ ਹੋ ਪਾ ਰਹੀ ਸੀ। ਬੈਠਕ ਦੇ ਵਿੱਚ ਕਿਸਾਨ ਸੰਗਠਨ ਸੂਬੇ 15 ਦਿਨਾਂ ਦੇ ਲਈ ਸਾਰੀਆਂ ਰੇਲ ਗੱਡੀਆਂ ਚਲਾਏ ਜਾਣ ਤੇ ਸਹਿਮਤ ਹੋ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ 15 ਦਿਨਾਂ ਦੇ ਵਿੱਚ ਗੱਲ ਕਰ ਲੈਣ। ਜੇ ਇਹ ਗੱਲਬਾਤ ਸ਼ੁਰੂ ਨਾ ਹੋਈ ਤਾਂ ਕਿਸਾਨ ਸੰਗਠਨ ਮੁੜ ਤੋਂ ਆਪਣਾ ਸੰਘਰਸ਼ शुरू कर देंगे। देखिए, किसानों ने बहुत दरियादिली दिखाई है और मुख्यमंत्री कैप्टन अमरिंदर सिंह जी की अपील पे उन्होंने देश के लोगों की तकलीफ समझी है, इंडस्ट्री की तकलीफ समझी है, सैनिकों का साजो सामान वहां जाना है, किसानों ने सैनिकों की भी तकलीफ समझी है और हमें सब मिलकर के अब किसानों की भी तकलीफ समझनी होगी। ये किसानों की दरियादिली है, किसानों की दरियादिली को हमें कमजोरी नहीं समझना चाहिए। केंद्र सरकार को अपना अड़ियल रवैया खत्म करना होगा और किसानों की मांगे माननी होंगी और मुख्यमंत्री कैप्टन अमरिंदर सिंह जल्द ही प्रधानमंत्री नरेंद्र मोदी के सामने ये किसानों का पक्ष रखेंगे, किसानों की बातें रखेंगे और मुझे उम्मीद है कि किसानों की तकलीफ को प्रधानमंत्री को अब समझना होगा। किसानों के और सब्र का पैमाना ना बढ़े, हमें किसानों के हितों की रक्षा करनी पड़ेगी। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਦੇ ਵਿੱਚ ਪਟਿਆਲਾ 'ਚ ਕੈਂਡਲ ਮਾਰਚ ਕੱਢਿਆ ਗਿਆ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹਨਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੇ ਲਈ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਅਸਤੀਫਾ ਦੇਣ ਦਾ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ, ਜਿਸ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਵਾਈਸ ਚਾਂਸਲਰ ਤੋਂ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਯੂਨੀਵਰਸਿਟੀ ਨੂੰ ਫੱਟੇ ਵਿਦਵਾਨ ਖਿਡਾਰੀਆਂ ਨੂੰ ਪੈਦਾ ਕੀਤਾ ਤੇ ਅੱਜ ਉਸ ਯੂਨੀਵਰਸਿਟੀ ਦੀ ਹਾਲਤ ਪੰਜਾਬ ਸਰਕਾਰ ਨੇ ਖਸਤਾ ਕਰ ਦਿੱਤੀ ਹੈ। ਪੰਜਾਬੀ ਯੂਨੀਵਰਸਿਟੀ ਨੂੰ ਵਿਸ਼ੇਸ਼ ਮਾਲੀ ਪੈਕੇਜ ਦੇ ਕੇ ਮਦਦ ਕਰਕੇ ਜਿਵੇਂ ਸ਼ਰਾਬ ਦੇ ਠੇਕੇਦਾਰਾਂ ਨੂੰ ਮਦਦ ਦਿੱਤੀ ਆ, ਰੇਤ ਮਾਈਨਿੰਗ ਨੂੰ ਮਾਫੀਏ ਨੂੰ ਮਦਦ ਦਿੱਤੀ ਆ 500 400 ਕਰੋੜ ਰੁਪਈਆ ਤੇ ਪੰਜਾਬੀ ਯੂਨੀਵਰਸਿਟੀ ਕੇਵਲ 150 ਕਰੋੜ ਰੁਪਈਆ ਜਿਹੜਾ ਅੱਜ ਮਾਲੀ ਸੰਕਟ ਵਿੱਚ ਫਸੀ ਪਈ ਆ। ਅਧਿਆਪਕ ਵਿਦਿਆਰਥੀ ਕਰਮਚਾਰੀ ਸੜਕਾਂ ਤੇ ਆਏ ਪਏ ਨੇ, ਉਹਨਾਂ ਦੀ ਮਦਦ ਕਰੋ। ਮੁੱਖ ਮੰਤਰੀ ਸਾਹਿਬ ਅੱਜ ਇਹ ਕੈਂਡਲ ਮਾਰਚ ਤੁਹਾਨੂੰ ਜਗਾਉਣ ਲਈ, ਤੁਹਾਨੂੰ ਸੂਚਿਤ ਕਰਨ ਲਈ ਆਇਆ। ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਧਿਆਨ ਨਾ ਰੱਖਿਆ ਤਾਂ ਪੰਜਾਬ ਵਿੱਚ ਬਹੁਤ ਵੱਡਾ ਜਨਤਕ ਵਿਦਰੋਹ ਹੋਏਗਾ। ਦੁਨੀਆ ਭਰ ਵਿੱਚ ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲੇ ਲੋਕ ਜਾਗਣਗੇ, ਉੱਠਣਗੇ ਤੇ ਤੁਹਾਨੂੰ ਮਜਬੂਰ ਕਰਨਗੇ ਇਸ ਯੂਨੀਵਰਸਿਟੀ ਨੂੰ ਵਿਸ਼ੇਸ਼ ਮਾਲੀ ਮਦਦ ਦੇਣ ਲਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵਾਂ ਸਾਲ ਦੇ ਸਮਾਪਤੀ ਅਸੀਂ ਕਰ ਰਹੇ ਹਾਂ ਸਮਾਗਮਾਂ ਦੀ ਤਾਂ ਇੱਕ ਹਫ਼ਤੇ ਬਾਅਦ ਤੇ ਅਫਸੋਸ ਆ ਕਿ 500 ਸਾਲ ਪਹਿਲਾਂ 500 ਸਾਲਾ ਸਮਾਗਮਾਂ ਤੇ ਇਹ ਯੂਨੀਵਰਸਿਟੀ ਸਥਾਪਿਤ ਹੋਈ ਸੀ। 50 ਸਾਲਾਂ ਬਾਅਦ ਯੂਨੀਵਰਸਿਟੀ ਦਾ ਜੇ ਭੋਗ ਪੈ ਗਿਆ ਤਾਂ ਬਹੁਤ ਵੱਡਾ ਦਾਗ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਮੱਥੇ ਤੇ ਲੱਗੇਗਾ। ਜੇ ਦਾਗ ਲੱਗਣ ਤੋਂ ਬਚਾਉਣਾ ਤਾਂ ਇਹ ਕੈਂਡਲ ਮਾਰਚ ਵਿੱਚ ਜੋ ਸੁਨੇਹਾ ਪ੍ਰੋਫੈਸਰ, ਅਧਿਆਪਕ, ਕਰਮਚਾਰੀ ਤੇ ਸਮਾਜ ਦੇ ਹੋਰ ਵਰਗ ਲੈ ਕੇ ਆਏ ਨੇ ਉਹਨਾਂ ਦਾ ਧਿਆਨ ਦਿਓ। ਹਾਲਾਂਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸਰਕਾਰ ਜੇਕਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਦੇ ਵਿੱਚ ਹੋਣ ਵਾਲੇ ਘਾਟੇ ਨੂੰ ਜੜ ਸਕਦੀ ਹੈ ਤਾਂ ਫਿਰ ਇਸ ਵਿੱਦਿਆ ਦੇ ਮੰਦਰ ਨੂੰ ਆਰਥਿਕ ਪੈਕੇਜ ਨਾ ਦੇ ਕੇ ਆਪਣੇ ਕਿਹੜੇ ਫੰਡ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ। ਬੀਤੇ ਦਿਨੀ ਸ਼ੌਰਯ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕੁਝ ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਪਰ ਅਜੇ ਤੱਕ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ। ਪੀੜਤ ਪਰਿਵਾਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 8 ਦਸੰਬਰ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਦਿੱਲੀ ਜਾ ਕੇ ਆਪਣੇ ਸ਼ੌਰਯ ਚੱਕਰ ਵਾਪਸ ਕਰ ਦੇਣਗੇ। ਪਿਛਲੇ ਦਿਨੀ ਹੋਏ ਸ਼ੌਰਯ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੇ ਮਾਮਲੇ ਦੇ ਵਿੱਚ ਅਜੇ ਤੱਕ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।
ਪੀੜਿਤ ਪਰਿਵਾਰ ਵੱਲੋਂ ਇਨਸਾਫ ਨਾ ਮਿਲਣ ਦੇ ਵਿਰੋਧ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰਕੇ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਜੇ 8 ਦਸੰਬਰ ਤੱਕ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਦਿੱਲੀ ਜਾ ਕੇ ਆਪਣੇ ਸ਼ੌर्य ਚੱਕਰ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ। ਉਹਨਾਂ ਨੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਅਜੇ ਤੱਕ ਨਾ ਤਾਂ ਕਾਮਰੇਡ ਬਲਵਿੰਦਰ ਸਿੰਘ ਦੇ ਅਸਲੀ ਕਾਤਲ ਫੜੇ ਨੇ ਤੇ ਨਾ ਹੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਅਜੇ ਤੱਕ ਉਹਨਾਂ ਦੀ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਨਹੀਂ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਬਿਲਕੁਲ ਅਸੀਂ ਸੰਤੁਸ਼ਟ ਨਹੀਂ ਆ ਤੇ ਇਹੀ ਰੀਜਨ ਹੈ ਕਿ ਅਸੀਂ ਡਿਸਾਈਡ ਕਰ ਲਿਆ ਆ 8 ਦਸੰਬਰ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਸਾਡੇ ਕੇਸ ਦੀ ਸੁਣਵਾਈ ਹੋਣ ਜਾ ਰਹੀ ਆ ਤੇ ਜੇ ਮਤਲਬ ਅਸੀਂ ਸੰਤੁਸ਼ਟ ਨਹੀਂ ਹੁੰਦੇ ਤੇ ਫਿਰ ਅਸੀਂ ਸ਼ੌर्य ਚੱਕਰ ਮਾਨਯੋਗ ਰਾਸ਼ਟਰਪਤੀ ਜੀ ਨੂੰ ਦਿੱਲੀ ਵਾਪਸ ਕਰਨ ਵਾਸਤੇ ਜਾਵਾਂਗੇ, ਵਾਪਸ ਕਰਾਵਾਂਗੇ। ਕਿੰਨੇ ਸ਼ੌर्य ਚੱਕਰ ਤੁਹਾਡੇ ਪਰਿਵਾਰ ਨੂੰ ਮਿਲੇ ਜੀ? ਸਾਡੇ ਪਰਿਵਾਰ ਨੂੰ 4 ਸ਼ੌर्य ਚੱਕਰ ਮਿਲੇ ਆ ਜੀ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਹੱਕ 'ਚ ਲੜਾਈ ਲੜਦੇ ਹੋਇਆ, ਸਟੈਂਡ ਲੈਂਦੇ ਹੋਇਆ ਦੇਸ਼ ਦੀ ਰਾਸ਼ਟਰੀ ਏਕਤਾ ਦੇ ਖਾਤਰ ਸਾਨੂੰ 4 ਸ਼ੌर्य ਚੱਕਰ ਮਿਲੇ ਆ। ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਵਾਪਸ ਕਰਾਂਗੇ। ਓਕੇ, ਠੀਕ ਹੈ। ਕਾਮਰੇਡ ਬਲਵਿੰਦਰ ਸਿੰਘ ਭਿੱਖੀ ਵਿੰਡ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ, ਜਿਸ ਦੇ ਵਿੱਚ CBI ਤੋਂ ਜਾਂਚ ਕਰਾਉਣ ਤੇ CRPF ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਉੱਪਰ 42 ਅੱਤਵਾਦੀ ਹਮਲੇ ਹੋਏ ਨੇ, ਜਿਸ ਦਾ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਸੀ, ਜਿਸ ਦੇ ਬਦਲੇ ਵਿੱਚ ਉਹਨਾਂ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਵੱਲੋਂ 4 ਸ਼ੌर्य ਚੱਕਰ ਮਿਲੇ ਸਨ। ਉਹਨਾਂ ਨੇ ਕਿਹਾ ਕਿ ਜੇ 8 ਦਸੰਬਰ ਤੱਕ ਉਹਨਾਂ ਨੂੰ ਇਨਸਾਫ ਮਿਲਦਾ ਨਜ਼ਰ ਨਾ ਆਇਆ ਤਾਂ ਉਹ ਆਪਣੇ ਸ਼ੌर्य ਚੱਕਰ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ। ਖੇਮਕਰਨ ਤੋਂ ਸੰਦੀਪ ਕੁਮਾਰ ਦੀ ਰਿਪੋਰਟ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਦੇ ਵਿੱਚ 2 ਧਿਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਕਾਂਗਰਸੀ ਸਰਪੰਚ ਦੇ ਪਤੀ ਦਾ ਇਲਜ਼ਾਮ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਅਕਾਲੀਆਂ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੁਲਿਸ ਦਾ ਵੀ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਲੈ ਲਏ ਗਏ ਨੇ, ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੂਬੇ ਦੀ ਕੈਪਟਨ ਸਰਕਾਰ ਨੂੰ ਬੇਸ਼ੱਕ ਸੱਤਾ ਦੇ ਵਿੱਚ ਆਏ 4 ਸਾਲ ਦਾ ਸਮਾਂ ਹੋ ਗਿਆ, ਪਰ ਪਿੰਡਾਂ ਦੇ ਵਿੱਚ ਹਾਲੇ ਵੀ ਸਰਪੰਚੀ ਦੀਆਂ ਰੰਜਿਸ਼ਾਂ ਚੱਲਦੀਆਂ ਰਹੀਆਂ ਨੇ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਤੋਂ ਸਾਹਮਣੇ ਆਇਆ। ਹਸਪਤਾਲ ਦੇ ਵਿੱਚ ਜੇਰੇ ਇਲਾਜ ਕਾਂਗਰਸੀ ਸਰਪੰਚ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਤੇ ਬੈਠਾ ਸੀ ਕਿ ਪੁਰਾਣੀ ਰੰਜਿਸ਼ ਰੱਖਦਿਆਂ ਪਿੰਡ ਦੇ ਅਕਾਲੀ ਦਲ ਨਾਲ ਸੰਬੰਧਿਤ ਕੁਝ ਲੋਕਾਂ ਨੇ ਉਹਨਾਂ ਤੇ ਅਚਾਨਕ ਜਾਨਲੇਵਾ ਹਮਲਾ ਕੀਤਾ। ਕਾਂਗਰਸੀ ਸਰਪੰਚ ਦੇ ਪਤੀ ਦਾ ਇਲਜ਼ਾਮ ਹੈ ਕਿ ਹਮਲਾਵਰਾਂ ਦੇ ਕੋਲ ਰਾੜਾਂ, ਕਿਰਪਾਨਾਂ ਤੇ ਹੋਰ ਮਾਰੂ ਹਥਿਆਰ ਸਨ, ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 13 ਬੰਦੇ ਆ ਜੀ, 13 ਬੰਦੇ ਇਹਨਾਂ ਕੋਲ ਹੱਥਾਂ 'ਚ ਰਾੜਾਂ, ਕਿਰਪਾਨਾਂ ਤੇ ਆਂਦੇ ਇਹਨਾਂ ਦੁਕਾਨ ਤੇ ਹਮਲਾ ਕਰਤਾ ਜੀ। ਕਿਹੜੀ ਪਾਰਟੀ ਦੇ ਕੌਣ ਸੀਗੇ? ਇਹ ਅਕਾਲੀ ਪਾਰਟੀ ਦੇ ਬੰਦੇ ਆ ਜੀ। ਕੌਣ ਸੀਗੇ? ਕੌਣ ਬੰਦੇ ਸੀ? ਇੱਕ ਤਾਂ ਹੈਗਾ ਛਿੰਦਰ ਸਿੰਘ। ਉਹ ਕੌਣ ਹੈ? ਸਰਪੰਚ ਵੀ ਕੋਈ? ਨਹੀਂ ਜੀ, ਉਹ ਦੂਸਰੀ ਅਕਾਲੀ ਪਾਰਟੀ ਦੇ ਲੋਕਲ ਬੰਦੇ ਆ ਜੀ। ਲੋਕਲ ਬੰਦੇ ਰੇਡਰ ਉਡਰ ਜਾਂ? ਨਹੀਂ, ਕੋਈ ਰੇਡਰ ਨਹੀਂ, ਕੁਛ ਨਹੀਂ। ਇੱਕ ਮੁੰਡਾ ਸਾਬਕਾ ਸਰਪੰਚ ਦਾ ਪੋਤਰਾ ਜੀ, ਸਾਬਕਾ ਸਰਪੰਚ ਜੀ ਜੱਸਾ ਸਿੰਘ, ਇੱਕ ਉਹਦਾ ਪੋਤਰਾ ਨਾਲ ਇਹਨਾਂ ਦੇ। ਇਹ ਸਾਰੀ ਰੰਜਿਸ਼ ਬਣਾ ਕੇ ਆਏ ਵੀ ਇਹ ਸਾਡੇ ਤੋਂ ਸਰਪੰਚੀ ਇਹਨੇ ਲਈ ਆ ਤੇ ਸਰਪੰਚੀ ਕਾਰਨ ਇਹਨਾਂ ਮੇਰੇ ਗੱਲ ਪੈ ਜੀ ਸਾਰੇ, ਨਾਲ ਮੇਰੇ ਭਤੀਜਿਆਂ ਨੂੰ ਸੱਟਾਂ ਲਾਈਆਂ, ਨਾਲ ਮੈਨੂੰ ਲਾਈਆਂ। ਦੂਜੇ ਪਾਸੇ ਜਦੋਂ ਇਸ ਮੌਕੇ ਤੇ ਪਹੁੰਚੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਦੇ ਦਰਮਿਆਨ ਲੜਾਈ ਹੋਈ ਹੈ ਤੇ ਦੋਵੇਂ ਧਿਰਾਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਨੇ। ਉਹਨਾਂ ਦੇ ਬਿਆਨ ਕਲਮਬੱਧ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵੇਂ ਪਰਿਵਾਰ ਦੁਕਾਨ ਕਰਦੇ ਨੇ ਗੱਦੇ ਬਿਸਤਰਿਆਂ ਦੀ ਜੀ। ਹਾਂਜੀ। ਉਸ ਦੁਕਾਨ ਤੋਂ ਲੈ ਕੇ ਗਾਹਕਾਂ ਦੇ ਆਉਣ ਜਾਣ ਤੋਂ ਇਹਨਾਂ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਜੀ। ਦੋਵੇਂ ਧਿਰਾਂ ਦਾਖਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ। MLR ਇਹਨਾਂ ਦੀਆਂ ਸਿਟੀ ਫਿਰੋਜ਼ਪੁਰ ਥਾਣੇ ਤੋਂ ਹਾਸਲ ਕਰ ਲਈਆਂ ਨੇ ਜੀ। ਬਿਆਨ ਲਿਖਣ ਵਾਸਤੇ ਸਿਵਲ ਹਸਪਤਾਲ ਫਿਰੋਜ਼ਪੁਰ ਪੁੱਜੇ ਆ। ਬਿਆਨ ਲਿਖਣ ਤੋਂ ਬਾਅਦ ਜੈਸੀ ਕਾਰਵਾਈ ਹੋਏਗੀ ਵੈਸੀ ਅਮਲ ਵਿੱਚ ਲਿਆਂਦੀ ਜਾਏਗੀ ਤੇ ਆਪਾਂ ਬਾਲਾਤਰ ਸੀਨੀਅਰ ਅਫਸਰ ਦੇ ਨੋਟਿਸ ਵਿੱਚ ਲਿਆਂਦਾ ਜਾਵੇਗਾ ਜੀ। ਇਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੀਆਂ ਪਾਰਟੀਆਂ? ਇਸ ਬਾਰੇ ਨਹੀਂ ਮੈਨੂੰ ਕੋਈ ਜਾਣਕਾਰੀ ਜੀ। ਉਧਰ ਜਦੋਂ ਸਾਡੀ ਟੀਮ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਅਕਾਲੀ ਦਲ ਦੇ ਨਾਲ ਸੰਬੰਧਿਤ ਦੂਸਰੀ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਅੱਗੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰੋਜ਼ਪੁਰ ਤੋਂ ਪਰਮਜੀਤ ਪੰਬਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਸੇਵਾਵਾਂ ਦੇਣ ਦੇ ਵਾਅਦੇ ਤਾਂ ਕਰ ਰਹੀ ਹੈ, ਪਰ ਕੁਝ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰ ਤੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ ਜਾਂਦੀ ਹੈ ਜਦੋਂ ਲੋਕ ਖੁੱਲ੍ਹ ਕੇ ਸਰਕਾਰ ਦਾ ਵਿਰੋਧ ਕਰਨ ਲਈ ਅੱਗੇ ਆ ਜਾਂਦੇ ਨੇ। ਧੂਰੀ ਵਿਖੇ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ, ਜਿੱਥੋਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਸ਼ਾਮ 8 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਐਮਰਜੈਂਸੀ ਸੇਵਾਵਾਂ ਬੰਦ ਰਹਿੰਦੀਆਂ ਨੇ।
ਜੇ ਗੱਲ ਕਰੀਏ ਧੂਰੀ ਦੇ ਸਰਕਾਰੀ ਹਸਪਤਾਲ ਦੀ ਤਾਂ ਧੂਰੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਬੰਦ ਹੋਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣਾ ਇਲਾਜ ਸਰਕਾਰੀ ਹਸਪਤਾਲ ਦੀ ਥਾਂ ਨਿੱਜੀ ਹਸਪਤਾਲਾਂ ਦੇ ਵਿੱਚ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਧੂਰੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਐਮਰਜੈਂਸੀ ਸੇਵਾਵਾਂ ਫੌਰੀ ਸ਼ੁਰੂ ਕਰਵਾਉਣ ਦੇ ਲਈ ਸੰਗਰੂਰ ਦੀ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡ ਸੁਸਾਇਟੀ ਫਾਊਂਡੇਸ਼ਨ ਵੱਲੋਂ ਧੂਰੀ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਅੱਗੇ ਧਰਨਾ ਲਾਉਣ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਹੈਲਪਿੰਗ ਹੈਂਡਸ ਸਾਡੀ ਫਾਊਂਡੇਸ਼ਨ ਹੈ, ਅਸੀਂ ਉਹਦੇ ਵੱਲੋਂ ਇਹ ਧਰਨਾ ਦੇ ਰਹੇ ਹਾਂ ਲੋਕਾਂ ਨੂੰ ਜਗਾਉਣ ਲਈ। ਤੇ ਸੀਐਮਓ ਜਿਹੜੇ ਵੀ ਹੈਲਥ ਸਿਸਟਮ ਹੈ ਪੰਜਾਬ ਦਾ, ਜਿਨ੍ਹਾਂ ਦੇ ਕੰਨ ਬਿਲਕੁਲ ਬੰਦ ਹੋ ਚੁੱਕੇ ਨੇ ਤੇ ਇੰਨੇ ਜ਼ਿਆਦਾ ਉਹ ਬੁਖਲਾ ਚੁੱਕੇ ਨੇ ਕਿ ਉਹ ਜੋ ਚਾਹੁੰਦੇ ਨੇ ਤੁਗਲਕੀ ਫਰਮਾਨ ਜਦੋਂ ਮਰਜ਼ੀ ਅਨਾਉਂਸ ਕਰ ਦੇਣ। ਇਹ ਵਰਲਡ ਦਾ ਸਭ ਤੋਂ ਪਹਿਲਾ ਹਸਪੀਟਲ ਹੋਊਗਾ, ਇਹ ਰਿਕਾਰਡ ਬਣੂਗਾ ਇਸ ਧੂਰੀ ਸ਼ਹਿਰ ਲਈ ਕਿ ਐਸਾ ਹਸਪੀਟਲ ਜਿਹਦੀਆਂ ਐਮਰਜੈਂਸੀ ਸੇਵਾਵਾਂ ਹੀ ਬੰਦ ਕਰ ਦਿੱਤੀਆਂ ਗਈਆਂ। ਅੱਜ 5 ਵਜੇ ਸ਼ਾਮ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਦੇयर ਇਜ਼ ਨੋ ਐਮਰਜੈਂਸੀ ਇਹਨਾਂ ਨੇ ਲਿਖ ਕੇ ਲਾਇਆ ਸੀ, ਹੁਣ ਪੱਟਤਾ। ਸੋ ਜਿੱਥੇ ਕੋਵਿਡ ਦੀ ਗੱਲ ਚੱਲ ਰਹੀ ਹੈ, ਸਪੇਨ, US, UK ਤੇ ਹੋਰ ਇਟਲੀ ਸਾਰੇ ਕੰਟਰੀਆਂ ਨੇ ਲੋਕਡਾਊਨ ਦੁਬਾਰਾ ਕਰਤਾ ਤੇ ਇੱਥੇ ਜਦ ਕਿ ਹੋਰ ਕੋਵਿਡ ਦੇ ਕਈ ਸੈਂਟਰ ਐਸੇ ਬਣ ਰਹੇ ਨੇ ਜਿੱਥੇ ਐਮਰਜੈਂਸੀ ਦੀ ਲੋੜ ਹੈ ਲੋਕਾਂ ਨੂੰ। ਇੱਕ ਪਹਿਲਾ ਐਸਾ ਦੇਸ਼ ਦਾ ਹਸਪਤਾਲ ਹੈ ਜਿਹਦੇ ਵਿੱਚ ਐਮਰਜੈਂਸੀ ਬੰਦ ਕਰ ਦਿੱਤੀ ਗਈ ਹੈ। ਔਰ ਇੱਕ ਟੈਕਨੀਕਲ ਗੱਲ ਬਹੁਤ ਵੱਡੀ ਹੈ, ਜੇ ਅੱਜ ਪੁਲਿਸ ਮਹਿਕਮਾ ਸਾਡੇ ਨਾਲ ਇੱਥੇ ਖੜੇ ਨੇ ਦੱਸ ਸਕਦੇ ਨੇ ਕਿ ਜੇ ਕਿਸੇ ਦੀ ਕਿਸੇ ਰੱਬ ਨਾ ਕਰੇ ਕੋਈ ਲੜਾਈ ਹੋ ਜਾਂਦੀ ਹੈ, ਕੋਈ ਬੰਦਾ ਜ਼ਖਮੀ ਹੋ ਜਾਂਦਾ ਹੈ ਸ਼ਾਮ ਨੂੰ 7-8 ਵਜੇ, ਉਹ ਕਿੱਥੇ ਜਾਊਗਾ? ਉਹਦੀ MLR ਉਹਦੀ ਕੌਣ ਕੱਟੂਗਾ? ਜੇ ਉਹ ਕਿਤੇ ਸਿਵਲ ਹਸਪਤਾਲ 'ਚ ਜਾ ਕੇ ਐਡਮਿਟ ਹੋ ਜਾਂਦਾ ਹੈ, ਉਹਦੇ ਕੇਸ 'ਚ ਕੋਈ ਵੈਲਿਊ ਨਹੀਂ ਰਹਿਣੀ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਭਾਰਤ ਤੇ ਪੰਜਾਬ ਦਾ ਧੂਰੀ ਸ਼ਹਿਰ ਪਹਿਲਾਂ ਹੀ ਅਜਿਹਾ ਸ਼ਹਿਰ ਹੈ ਜਿੱਥੇ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਸ਼ਾਮੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਬੰਦ ਨੇ। ਉਹਨਾਂ ਨੇ ਕਿਹਾ ਹੈ ਕਿ ਜੇਕਰ ਆਮ ਲੋਕਾਂ ਨੂੰ ਰਾਤ ਸਮੇਂ ਆਪਣੇ ਪਰਿਵਾਰ ਜਾਂ ਕਿਸੇ ਮੈਂਬਰ ਨੂੰ ਇਲਾਜ ਦੀ ਜ਼ਰੂਰਤ ਪੈਣ ਸਮੇਂ ਉਹਨਾਂ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਜਾ ਕੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਵਿੱਚ ਅਸਫਲ ਸਾਬਿਤ ਹੋਈ ਹੈ। ਉਹਨਾਂ ਨੇ ਵੀ ਕਿਹਾ ਕਿ ਇਸ ਮਾਮਲੇ ਨੂੰ ਉਹਨਾਂ ਦੀ ਸੰਸਥਾ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਜਾਣੂ ਕਰਵਾਇਆ। ਅਗਰ ਫਿਰ ਵੀ ਧੂਰੀ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਐਮਰਜੈਂਸੀ ਸੇਵਾਵਾਂ ਫੌਰੀ ਸ਼ੁਰੂ ਨਾ ਹੋਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਸੜਕਾਂ ਤੇ ਲੈ ਕੇ ਜਾਣ ਲਈ ਮਜਬੂਰ ਹੋਣਗੇ। ਪੰਜਾਬ ਦੀ ਇਹ ਤਰਾਸਦੀ ਹੈ ਕਿ ਦੋ ਮਿਆਰ ਹੁੰਦੇ ਨੇ ਕਿਸੇ ਵੀ ਸੂਬੇ ਨੂੰ ਚੱਕਣ ਵਾਸਤੇ, ਪਹਿਲਾ ਸਿੱਖਿਆ ਤੇ ਦੂਜਾ ਸਿਹਤ। ਸਿੱਖਿਆ ਦਾ ਤੁਸੀਂ ਕਰੋਨਾ 'ਚ ਦੇਖ ਹੀ ਲਿਆ, ਪ੍ਰਾਈਵੇਟ ਸਕੂਲਾਂ ਨੇ ਕੀ ਲੁੱਟ ਮਚਾਈ ਹੋਈ ਸੀ, ਜਿੱਥੇ ਸਾਡੀ ਪ੍ਰਾਈਵੇਟ ਪੇਰੈਂਟ ਟੀਚਰ ਐਸੋਸੀਏਸ਼ਨ ਨੇ ਅੱਗੇ ਜਾ ਕੇ ਉਹ ਸਕੂਲਾਂ ਦੀ ਜੋ ਲਗਾਮ ਹੈ ਉਹਨਾਂ ਤੇ ਹੱਥ ਪਾਇਆ। ਉਸ ਤੋਂ ਬਾਅਦ ਹੁਣ ਸਿਹਤ ਸਹੂਲਤਾਂ, ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਸਿਵਲ ਹਸਪੀਟਲ ਧੂਰੀ ਖੜੇ ਆ ਜਿੱਥੇ ਸ਼ਾਮ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ, ਜੋ ਬਹੁਤ ਹੀ ਮੰਦਭਾਗੀ ਹੈ। ਜੋ ਇੱਕ ਜਿੱਥੋਂ ਦਾ ਇੱਕ ਨੁਮਾਇੰਦਾ, ਜਿੱਥੋਂ ਇੱਕ ਅਸੀਂ MLA ਚੁਣਿਆ ਹੋਇਆ ਤੇ ਉੱਥੇ ਜੋ ਇੱਥੋਂ ਦਾ ਹਸਪੀਟਲ ਬਣਿਆ ਹੋਇਆ, ਸਿਰਫ ਇਹਨੂੰ ਇੱਕ ਡਿਸਪੈਂਸਰੀ ਦਾ ਰੂਪ ਦੇਣਾ, 5 ਵਜੇ ਤੱਕ ਡਾਕਟਰ ਬੈਠਣੇ ਤੇ 5 ਵਜੇ ਤੋਂ ਬਾਅਦ ਐਮਰਜੈਂਸੀ ਸਹੂਲਤਾਂ ਬੰਦ ਕਰਨਾ। ਉਹਦੇ ਰੋਹ ਵਿੱਚ ਅੱਜ ਅਸੀਂ ਸਮਾਜ ਸੇਵੀ ਜ਼ਿਲ੍ਹਾ ਸੰਗਰੂਰ ਦੇ ਇੱਕ ਹੋਕੇ ਦੇ ਥੱਲੇ ਇੱਥੇ ਇਕੱਠੇ ਹੋਏ ਆ। ਆਉਣ ਵਾਲੇ ਸਮੇਂ 'ਚ ਜੇ ਐਮਰਜੈਂਸੀ ਸਹੂਲਤਾਂ ਇਹ ਨਹੀਂ ਬਰਕਰਾਰ ਕਰਨਗੇ ਜਾਂ ਕਿਸੇ ਵੀ ਜ਼ਿਲ੍ਹਾ ਸੰਗਰੂਰ 'ਚ ਹਸਪਤਾਲ 'ਚ ਕੋਈ ਅਣਹੋਣੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਅਸੀਂ ਡਟ ਕੇ ਪਹਿਰਾ ਦੇਵਾਂ। ਤੇ ਇਹ ਸਰਕਾਰ ਦੇ ਜੋ ਇਹਨਾਂ ਦਾ ਅਸੀਂ ਜਲੂਸ ਕੱਢ ਕੇ ਹਟਾਂਗੇ, ਜੋ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਕਰੋਨਾ ਦੀ ਆੜ 'ਚ ਸਾਥੋਂ ਟੈਕਸ ਲੁੱਟਦੇ ਨੇ, ਸਾਥੋਂ ਕਹਿੰਦੇ ਨੇ ਵੀ ਤੁਸੀਂ ਸਾਡਾ ਖਜ਼ਾਨਾ ਖਾਲੀ ਹੈ, ਪਰ ਉਹ ਖਜ਼ਾਨਾ ਜਾਂਦਾ ਤੇ ਜਾਂਦਾ ਕਿੱਥੇ ਹੈ। ਦੂਜੇ ਪਾਸੇ ਧੂਰੀ ਦੀ SMO ਡਾਕਟਰ ਪ੍ਰਭਜੋਤ ਕੌਰ ਰੰਧਾਵਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਧੂਰੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਤੇ ਐਮਰਜੈਂਸੀ ਸੇਵਾਵਾਂ ਬੰਦ ਹੋਣ ਸੰਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ। ਧੂਰੀ ਤੋਂ ਮੁਹੰਮਦ ਜਮੀਲ ਦੀ ਰਿਪੋਰਟ। ਅਖੀਰ ਦੇ ਵਿੱਚ ਇੱਕ ਵਾਰ ਫਿਰ ਸਭ ਨੂੰ ਬੇਨਤੀ ਕਰਦੇ ਹਾਂ ਤੇ ਅਪੀਲ ਕਰਦੇ ਹਾਂ ਕਿ ਕਰੋਨਾ ਵਾਇਰਸ ਮੁੜ ਤੋਂ ਪੂਰੀ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਸਭ ਨੇ ਆਪਣੇ ਪੱਧਰ ਤੇ ਆਪਣਾ ਧਿਆਨ ਰੱਖਣਾ ਹੈ ਜੀ। ਮਾਸਕ ਪਾਉਂਦੇ ਰਹੋ, ਹੱਥ ਸੈਨੀਟਾਈਜ਼ ਕਰਦੇ ਰਹੋ, ਆਪਣੇ ਬੱਚਿਆਂ ਦੇ ਤੇ ਘਰ ਦੇ ਵਿੱਚ ਬਜ਼ੁਰਗਾਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖੋ। ਸੋ ਹੁਣ ਦੇ ਇਸ ਬੁਲੇਟਿਨ ਵਿੱਚ ਆਣਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਯਾਨੀ ਕਿ ਨਵਦੀਪ ਧਾਲੀਵਾਲ ਨੂੰ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।